ਦ ਸਟੋਰੀ ਦੀ ਫੈਡਰਲਿਜ਼ਮ ਸੀਰੀਜ਼ ਵਿੱਚ ਮੈਂ ਗਗਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ। ਫੈਡਰਲਿਜ਼ਮ ਦੇ ਸਿਆਸੀ ਪੱਖ ਜਾਣਨ ਲਈ ਅਸੀਂ ਇੰਟਰਵਿਊ ਕੀਤਾ ਪੰਜਾਬ ਯੂਨੀਵਰਸਿਟੀ ਦੇ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਡਾਕਟਰ ਰੌਣਕੀ ਰਾਮ ਨੂੰ। ਅਸੀਂ ਉਹਨਾਂ ਨਾਲ ਗੱਲ ਕੀਤੀ ਕਿ ਫੈਡਰਲਿਜ਼ਮ ਦਰਅਸਲ ਹੈ ਕੀ ਸ਼ੈ। ਅਸੀਂ ਉਹਨਾਂ ਨਾਲ ਪੰਜਾਬ ਅਤੇ ਕੇਂਦਰ ਦੇ ਵਿੱਚ ਸੰਬੰਧਾਂ ਬਾਰੇ ਗੱਲਬਾਤ ਕੀਤੀ। ਇਸ ਤੋਂ ਇਲਾਵਾ ਅਸੀਂ ਉਹਨਾਂ ਨਾਲ ਅਨੰਦਪੁਰ ਸਾਹਿਬ ਮਤੇ 'ਤੇ ਵੀ ਵਿਚਾਰ ਵਟਾਂਦਰਾ ਕੀਤਾ। ਸੀਰੀਜ਼ ਦੇ ਇਸ ਭਾਗ ਵਿੱਚ ਅਸੀਂ ਗੱਲ ਕਰਾਂਗੇ ਕਿ ਕੇਂਦਰ ਵਿੱਚ ਬੀਜੇਪੀ ਵਰਗੀ ਮਜ਼ਬੂਤ ਸਰਕਾਰ ਫੈਡਰਲਿਜ਼ਮ 'ਤੇ ਕੀ ਪ੍ਰਭਾਵ ਪਾਉਂਦੀ ਹੈ। ਅਸੀਂ ਉਹਨਾਂ ਤੋਂ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਵੱਖ-ਵੱਖ ਖੇਤਰੀ ਪਾਰਟੀਆਂ ਦੀ ਬਣੀ ਕੇਂਦਰ ਵਿੱਚ ਸਰਕਾਰ ਨਾਲ ਫੈਡਰਲਿਜ਼ਮ ਕਿਵੇਂ ਮਜ਼ਬੂਤ ਹੁੰਦਾ ਹੈ। ਅਸੀਂ ਉਹਨਾਂ ਤੋਂ ਇਹ ਵੀ ਜਾਣਾਂਗੇ ਕਿ ਅਮਰੀਕਾ ਵਰਗਾ ਮੁਲਕ ਭਾਰਤ ਨਾਲ ਵਪਾਰ ਕਰਨ ਲਈ ਕਿਸ ਤਰ੍ਹਾਂ ਦੇ ਪ੍ਰਬੰਧ ਚਾਹੁੰਦਾ ਹੈ। ਗਵਰਨਰ ਕਿਸੇ ਵੀ ਸੂਬੇ ਦੇ ਸਰਕਾਰੀ ਪ੍ਰਬੰਧ ਦਾ ਇੱਕ ਅਹਿਮ ਅੰਗ ਹੁੰਦੇ ਹਨ। ਗਵਰਨਰਾਂ ਦੀ ਫੈਡਰਲਿਜ਼ਮ ਵਿੱਚ ਕੀ ਅਹਿਮੀਅਤ ਹੈ ਤੇ ਉਹ ਕਿਵੇਂ ਕੰਮ ਕਰਦੇ ਹਨ, ਅਸੀਂ ਇਸ 'ਤੇ ਵੀ ਗੱਲ ਕਰਾਂਗੇ। ਦੇਖੋ, ਇਹਦੇ ਵਿੱਚ ਜੋ ਅਸਲੇ ਬੀਜੇਪੀ ਕਰ ਰਹੀ ਹੈ ਉਹ ਕੋਈ ਨਵਾਂ ਨਹੀਂ ਕਰ ਰਹੀ। ਉਹ ਜਿਹੜੀ ਮਨਮੋਹਨ ਸਿੰਘ ਸਰਕਾਰ ਦੀ ਕਾਂਗਰਸ ਦੀ 10 ਸਾਲ ਤੱਕ ਪਾਲਿਸੀ ਰਹੀ ਹੈ ਉਹਦਾ ਜੋ ਬਲੂ ਪ੍ਰਿੰਟ ਹੈ ਉਹ ਲਾਗੂ ਨਹੀਂ ਕਰ ਪਾਏ, ਇਹਨੂੰ ਲਾਗੂ ਕਰ ਰਹੇ। ਇੰਨਾ ਫਰਕ ਹੈ। ਉਹਨਾਂ ਨੇ ਗੱਲਾਂ ਕੀਤੀਆਂ, ਲਾਗੂ ਨਹੀਂ ਕੀਤਾ। ਉਹ ਵੀ ਬੰਦ ਮੰਡੀ ਦੀ ਗੱਲ ਕਰਦੇ ਸੀਗੇ, ਉਹ ਵੀ ਸਟਾਕ ਸੈਂਟਰ ਦੀ ਗੱਲ ਕਰਦੇ ਸੀਗੇ, ਉਹ ਵੀ ਚਾਹੁੰਦੇ ਸੀਗੇ ਕਿ ਸਾਡੇ ਦੇਸ਼ ਵਿੱਚ ਮਲਟੀਨੈਸ਼ਨਲ ਕਾਰਪੋਰੇਸ਼ਨ ਦੇ ਰਾਹੀਂ ਗਰੀਬੀ ਦੂਰ ਕੀਤੀ ਜਾਵੇ। ਉਹਨਾਂ ਦਾ ਫਰਕ ਇਹ ਸੀਗਾ ਕਿ ਉਹਨਾਂ ਨੇ ਇਹ ਇਸ਼ੂ ਰੇਜ਼ ਕੀਤੇ ਔਰ ਮੋਦੀ ਸਰਕਾਰ ਨੇ ਇਹਨਾਂ ਨੂੰ ਇੰਪਲੀਮੈਂਟ ਕੀਤਾ। ਔਰ ਜਿਹੜਾ ਇਹ ਟ੍ਰੈਂਡ ਹੈ, ਇਸ ਲਈ ਦੇਖਿਆ ਜਾਵੇ, ਤੁਸੀਂ ਅੱਛੀ ਤਰ੍ਹਾਂ ਪੜ੍ਹ ਲਓ, ਇਹ ਜਿਹੜੀ ਟੈਕਸਟ ਹੈ ਉਹਦਾ ਤੇ ਨਾ ਹੀ ਵੱਖਰਾ ਹੈ ਕਿ ਆਹ ਸਰਕਾਰਾਂ ਕਰਦੀ ਪਈ ਹੈ। ਟੈਕਸ ਦੋਨਾਂ ਵਾਸਤੇ ਜੋ ਮੇਨ ਧਾਰਨਾਵਾਂ ਨੇ ਉਹ ਸਾਰੀਆਂ ਸੇਮ ਨੇ। ਹੁਣ ਜਦੋਂ ਤੁਸੀਂ ਵਿਸ਼ਵ ਦੇ ਉੱਤੇ ਇੱਕ ਤਰ੍ਹਾਂ ਨਾਲ ਨਿਊ ਲਿਬਰਲ ਪਾਲਿਸੀ ਦੀ ਗੱਲ ਹੋ ਰਹੀ ਹੈ ਕਿ ਤੁਸੀਂ ਆਪਣੇ ਸੂਬੇ ਦੇ ਵਿੱਚ, ਆਪਣੇ ਦੇਸ਼ ਦੇ ਵਿੱਚ ਇੱਕ ਵਿਸ਼ਵ ਦੇ ਨਾਲੋਂ ਹਟ ਕੇ ਨਵਾਂ ਨਿਜ਼ਾਮ ਪੈਦਾ ਕਰ ਸਕਦੇ ਹੋ। ਕਿਉਂਕਿ ਨਵਾਂ ਨਿਜ਼ਾਮ ਸੀ ਜਿਹੜੀ ਸੀਗੀ ਸੋਸ਼ਲਿਸਟ ਇਕੋਨਮੀ ਸੀ, ਉਹ ਸੋਸ਼ਲਿਸਟ ਇਕੋਨਮੀ 1991 ਵਿੱਚ ਖਤਮ ਹੋ ਜਾਂਦੀ ਹੈ। ਉਹਦੇ ਵਿੱਚ ਨੋ ਦੈਟ ਬਿਕੇਮ ਫੇਲਿਅਰ। ਯੂ ਕਾਂਟ ਕੰਪੀਟ ਵਿਦ ਦ ਕੈਪੀਟਲਿਸਟ। ਜਿਹੜੀ ਪਲਾਂਟ ਇਕੋਨਮੀ ਆ ਤੇ ਇੱਕ ਫ੍ਰੀ ਇਕੋਨਮੀ ਆ। ਪਲਾਂਟ ਇਕੋਨਮੀ ਸੋਵੀਅਤ ਯੂਨੀਅਨ ਦੀ, ਫ੍ਰੀ ਇਕੋਨਮੀ ਜਿਹੜੀ ਆ ਕੈਪੀਟਲਿਸਟ ਵਰਲਡ ਦੀ ਆ। ਉਹ ਫ੍ਰੀ ਇਕੋਨਮੀ ਨੂੰ ਜਿਸ ਤਰ੍ਹਾਂ ਕਿ ਫ੍ਰਾਂਸਿਸ ਫਿਕੋਯਾਮਾ ਕਹਿੰਦਾ ਹੈ ਕਿ ਦੈਟ ਇਜ਼ ਦਾ ਵਿਕਟਰੀ ਆਫ ਦਾ ਫ੍ਰੀ ਮਾਰਕੀਟ ਇਕੋਨਮੀ। ਉਹ ਜਦੋਂ ਬਣੀ ਆ, ਤੁਸੀਂ ਹੁਣ ਇਹ ਕਹੀ ਜਾਓ ਜੀ ਫਲਾਨੀ ਸਰਕਾਰ ਕਰਦੀ ਆ। ਸਰਕਾਰਾਂ ਦੇ ਕੋਲ ਵੀ ਜਦੋਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਤੁਸੀਂ ਡੀਲ ਕਰਨਾ ਹੈ ਤਾਂ ਯੂ ਨੀਡ ਸਰਟਨ, ਉਹ ਕਹਿੰਦੇ ਨੇ ਕਿ ਤੁਸੀਂ ਜਿਹੜਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਹੈ, ਜਿਹੜੀ ਵਾਸ਼ਿੰਗਟਨ ਕੰਸੈਂਸਸ ਹੈ, ਉਹ ਕੀ ਹੈ ਕਿ ਤੁਹਾਨੂੰ ਅਸੀਂ ਲੋਨ ਤਦ ਦੇਵਾਂਗੇ, ਤੁਹਾਨੂੰ ਅਸੀਂ ਲੋਨ IMF ਚੋਂ, ਵਰਲਡ ਬੈਂਕ ਚੋਂ ਤਦ ਦੇਵਾਂਗੇ ਜੇ ਤੁਸੀਂ ਆਪਣੀਆਂ ਡੋਮੈਸਟਿਕ ਪਾਲਿਸੀਜ਼ ਇਸ ਤਰ੍ਹਾਂ ਬਣਾਓਗੇ। ਉਹਦੇ 'ਚ ਕਲੀਅਰ ਕੱਟ ਹੈ ਕਿ ਯੂ ਅਲਾਓ ਦ ਫੋਰਨ ਇਨਵੈਸਟਮੈਂਟ, ਯੂ ਅਲਾਓ ਦ ਮਾਰਕੀਟ ਇਕੋਨਮੀ, ਯੂ ਅਲਾਓ ਦ ਬਿਗ ਮਾਲਸ, ਯੂ ਸਟਾਪ ਥੀਸ ਥਿੰਗਸ। ਨੋ, ਜਿਹੜੇ ਤੁਹਾਡੇ ਛੋਟੇ ਛੋਟੇ ਰਿਟੇਲਰ ਹੈ ਛੱਡ ਕੇ ਵੱਡੇ ਰਿਟੇਲਰ ਲੈ ਕੇ ਆਓ, ਤੁਸੀਂ ਅਲਾਇੰਸ ਲੈ ਕੇ ਆਓ, ਤੁਸੀਂ ਇਹ ਕਰ ਦਿਓ। ਹੁਣ ਜਿਹੜਾ ਇਸ ਵਕਤ ਪ੍ਰਾਈਵੇਟਾਈਜੇਸ਼ਨ ਹੋ ਰਹੀ ਆ, ਤੁਸੀਂ ਤੁਹਾਡੇ ਇੱਕ ਤੋਂ ਬਾਅਦ ਇੱਕ 에ਅਰਲਾਈਨ ਫੇਲ ਹੋ ਰਹੀ ਆ, ਦੇ ਆਰ ਨੋਟ ਏਬਲ ਟੂ ਪੇ ਫਾਰ ਦੈਟ। ਜੈਸੇ ਕਿ ਇਹਦੇ ਹੋਣ ਦੇ ਬਾਵਜੂਦ ਵੀ ਉਹਨੂੰ ਇੱਕ ਮੌਕਾ ਮਿਲ ਜਾਂਦਾ ਕਿ ਇਹ ਨਹੀਂ ਹੋ ਰਹੀ, ਇਹਨੂੰ ਪ੍ਰਾਈਵੇਟਾਈਜ਼ ਕਰ ਦਿਓ। ਤਾਂ ਨਾਓ ਯੂ ਕੈਨ ਵੈਲ ਇਮੈਜਿਨ ਕਿ ਇਹ ਜਿਹੜਾ ਸਾਡਾ ਸਿਸਟਮ ਹੈ ਇਹ ਦੋਨੇ ਫੇਲਰ ਹੈਗੇ ਆ, ਸੈਂਟਰ ਵੀ ਸਟੇਟ ਵੀ। ਅਸੀਂ ਵੀ ਆਰ ਨੋਟ ਏਬਲ ਟੂ ਜਨਰੇਟ ਜੋਬ। ਤਾਂ ਹੁਣ ਜਿਹੜਾ ਮੇਨ ਦੁੱਖ ਦੇਣਾ ਹੈ, ਜਿਹੜਾ ਮੇਨ ਦੋਸ਼ ਦੇਣਾ ਹੈ ਕਿ ਇਹ ਸੈਂਟਰ ਨੂੰ ਦਿੱਤਾ ਜਾਵੇ ਕਿ ਇਸ ਵਰਲਡ ਲੈਵਲ 'ਤੇ ਉਸ ਪਾਲਿਸੀ ਨੂੰ ਦਿੱਤਾ ਜਾਵੇ। ਜਿਹੜੀ ਪਾਲਿਸੀ ਨੂੰ ਲਾਗੂ ਕਰਨ ਵਾਸਤੇ ਫ੍ਰੀ ਮਾਰਕੀਟ ਇਕੋਨਮੀ, ਲਿਬਰਲ ਇਕੋਨਮੀ, ਉਹ ਚਾਹੁੰਦੀ ਹੈ ਕਿ ਸਟਰੋਂਗ ਸੈਂਟਰ ਹੋਵੇ। ਤੁਸੀਂ ਦੇਖੋ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਸਭ ਤੋਂ ਜ਼ਿਆਦਾ ਕਲੋਜ਼ ਮਿੱਤਰ ਕੌਣ ਨੇ ਅਰੇਬੀਅਨ ਵਰਲਡ ਵਿੱਚ? ਨਾਨ ਡੈਮੋਕ੍ਰੈਟਿਕ ਕੰਟਰੀਜ਼, ਕਿਉਂਕਿ ਉੱਥੇ ਜ਼ਿਆਦਾ ਸਟਰੋਂਗ ਹੈ। ਉਹਨਾਂ ਨੂੰ ਜਲਦੀ ਉਹ ਪਾਲਿਸੀਆਂ। ਹੁਣ ਇਹ ਕਿਵੇਂ ਪੋਸੀਬਲ ਹੋ ਗਿਆ ਕਿ ਅਮਰੀਕਾ ਦਾ ਜ਼ਿਆਦਾ ਮਿੱਤਰ ਪਾਕਿਸਤਾਨ ਰਿਹਾ ਤੇ ਇੰਡੀਆ ਘੱਟ ਰਿਹਾ? ਪਾਕਿਸਤਾਨ ਹੈਗਾ ਨਾਨ ਡੈਮੋਕ੍ਰੈਟਿਕ, ਭਾਰਤ ਹੈਗਾ ਡੈਮੋਕ੍ਰੈਟਿਕ। ਅਸੀਂ ਉਹਦੇ ਕਿਉਂ ਮਿੱਤਰ ਬਣ ਪਾਏ? ਕਿਉਂਕਿ ਉਹਨਾਂ ਨੂੰ ਲੋਕਤੰਤਰ ਪਸੰਦ ਹੈ। ਆਪਣੇ ਚਾਰ ਦੀਵਾਰੀ ਅੰਦਰ, ਚਾਰ ਦੀਵਾਰੀ ਤੋਂ ਬਾਹਰ ਉਹਨਾਂ ਕੋਈ ਲੋਕਤੰਤਰ ਪਸੰਦ ਨਹੀਂ ਹੈਗਾ। ਉੱਥੇ ਤੋਂ ਪਸੰਦ ਵਾ ਜਿੱਥੋਂ ਜ਼ਿਆਦਾ ਪੈਸਾ ਆਉਂਦਾ। 2-3 ਦਿਨ ਪਹਿਲਾਂ ਇੱਕ ਉਹਦੀ ਵਾਇਰਲ ਹੋਈ ਹੈ ਵੀਡੀਓ ਟਰੰਪ ਦੀ। ਉਹ ਕਹਿ ਰਿਹਾ ਕਿ ਮੇਰੀ ਸਾਊਦੀ ਅਰੇਬੀਆ ਨਾਲ ਬਹੁਤ ਦੋਸਤੀ ਆ ਕਿਉਂਕਿ $550 ਮਿਲੀਅਨ ਤਾਂ ਮੇਰਾ ਉਹਦੇ ਨਾਲ ਬਿਜ਼ਨਸ ਹੈਗਾ, ਜਿਹੜਾ ਮੈਂ ਹੋਰ ਥੋੜ੍ਹੇ ਸਮੇਂ ਦੇ ਦੌਰਾਨ ਬਾਕੀ ਮੁਲਕਾਂ ਨੂੰ ਨਹੀਂ ਹੋ ਸਕਦਾ ਹੈ। ਆਈ ਲਾਈਕ ਇਟ। ਦੇਰ ਇਜ਼ ਅ ਲੋਟ ਆਫ ਪ੍ਰੀਜ਼ਨ ਫਾਰ ਹਿਮ। ਵਟ? ਬਿਕੋਜ਼ ਦੇ ਨੀਡ ਮਨੀ। ਅੰਗਰੇਜ਼ ਬੜੇ ਤਕੜੇ ਲਿਬਰਲ ਮੰਨੇ ਜਾਂਦੇ ਨੇ,
ਚਾਹੇ ਉਹ ਜੇਮਸ ਮਿਲ ਹੈ, ਚਾਹੇ ਜੇਮਸ ਟੂਟ ਮਿਲ ਹੈ, ਚਾਹੇ ਬਰਨਾਰਡ ਸ਼ਾਹ ਹੈ, ਚਾਹੇ ਬੈਂਥਮ ਹੈ, ਸਭ ਮੰਨੇ ਜਾਂਦੇ। ਉਹਨਾਂ ਦੇ ਵੇਲੇ ਹੀ ਤਾਂ ਭਾਰਤ ਵਿੱਚ ਅੰਗਰੇਜ਼ ਇੰਨਾ ਜ਼ਿਆਦਾ ਲੋਕਾਂ ਦੇ ਨਾਲ ਵਿਤਕਰਾ ਹੋ ਰਿਹਾ ਸੀ, ਤਾਂ ਆਪਣੇ ਘਰ 'ਚ ਲੋਕਤੰਤਰ ਤਾਂ ਦੂਜੇ ਘਰ 'ਚ ਤਾਨਾਸ਼ਾਹੀ। ਜਿੱਦਾਂ ਕਿ ਮੰਨ ਲਓ ਕਿ ਹੁਣ ਸਟੇਟ ਦੀ ਇੱਕ ਵੀਕਨੈਸ ਇਹ ਆ ਕਿ ਗਵਰਨਰ ਦਾ ਆਫਿਸ ਹੈ। ਗਵਰਨਰ ਦਾ ਜਿਹੜਾ ਆਫਿਸ ਹੈ ਉਹ ਗਵਰਨਰ ਇਜ਼ ਏ ਐਕਸਟੈਂਡਡ ਆਰਮ ਆਫ ਦਾ ਸੈਂਟਰ ਪ੍ਰੈਜ਼ੀਡੈਂਟ ਟੂ ਦਾ ਸਟੇਟ। ਤਾਂ ਜਿਹੜਾ ਗਵਰਨਰ ਹੈ ਉਹ ਤਕਰੀਬਨ ਮੰਨਿਆ ਜਾਣਾ ਚਾਹੀਦਾ ਕਿ ਉਹ ਨਿਰਪੱਖ ਹੋਵੇਗਾ। ਪਰ ਹੁਣ ਤੱਕ ਜਿਹੜੇ ਜਿੰਨੇ ਵੀ ਗਵਰਨਰ ਲੱਗੇ ਆ, ਕਾਂਗਰਸ ਸਰਕਾਰ ਵੇਲੇ, ਅੱਜ ਦੇ ਵੇਲੇ, ਜਨਤਾ ਸਰਕਾਰ ਦੇ ਵੇਲੇ ਜਿੰਨੇ ਵੀ ਲੱਗੇ ਨੇ, ਉਹ ਨੌਨ ਪੋਲੀਟੀਕਲ ਨਹੀਂ, ਉਹ ਕਿਤੇ ਨਾ ਕਿਸੇ ਵੇਲੇ ਐਕਟਿਵ ਪੋਲਿਟਿਕਸ 'ਚ ਰਹੇ ਸਨ, ਉਹਨਾਂ ਦੀਆਂ ਐਫੀਲੀਏਸ਼ਨ ਹੁੰਦੀਆਂ ਸਨ। ਅੱਛਾ, ਹੁਣ ਇਹ ਮੰਨਿਆ ਜਾਂਦਾ ਕਿ ਜਿਹੜਾ ਗਵਰਨਰ ਹੈ ਉਹਦੇ ਰਾਹੀਂ ਸਟੇਟ ਜਿਹੜਾ ਹੈਗਾ ਸਟਰੋਂਗ ਨਾ ਹੋ ਕੇ ਉਹ ਵੀਕ ਹੋ ਜਾਂਦਾ, ਕਿ ਬਹੁਤ ਸਾਰੇ ਐਸੇ ਐਕਟ ਹੈਗੇ ਆ ਜਿਹਦੀ ਗਵਰਨਰ ਨੂੰ ਲੈਣੀ ਪੈਂਦੀ ਆ, ਗਵਰਨਰ ਤੋਂ ਫਾਈਨਲ ਕਲੀਅਰੈਂਸ। ਗਵਰਨਰ ਸਾਹਿਬ ਉਹਨਾਂ ਐਕਟ ਨੂੰ ਆਪਣੇ ਅੰਡਰ ਰੱਖ ਸਕਦਾ ਹੈ ਰਾਸ਼ਟਰਪਤੀ ਦੀ ਪਰਮਿਸ਼ਨ ਵਾਸਤੇ। ਉਹ ਕਈ ਦੇਰ ਤੱਕ ਪੈ ਰਹਿੰਦੇ ਆ, ਰਾਸ਼ਟਰਪਤੀ ਚਾਹੇ ਉਹਨਾਂ ਨੂੰ ਪਰਮਿਸ਼ਨ ਦੇਵੇ, ਉਹਨਾਂ ਦੀ ਵੀਟੋ ਪਾਵਰ ਵੀ ਹੈਗੀ ਆ, ਬਹੁਤ ਡਿਲੇ ਕਰ ਦਿੰਦੇ ਹੈਗਾ। ਦੈਟ ਅਗੇਨ ਕ੍ਰੀਏਟਸ ਅ ਪ੍ਰੋਬਲਮ। ਅੰਬੇਦਕਰ ਆਰਗੂਮੈਂਟ ਸੀਗਾ ਡਾਕਟਰ ਅੰਬੇਦਕਰ ਦਾ ਕਿ ਸਟੇਟ ਅੰਡਰ ਕੰਸਟੀਟਿਊਸ਼ਨ ਆਰ ਇਨ ਨੋ ਵੇ ਡਿਪੈਂਡੈਂਟ ਅਪਨ ਦਾ ਸੈਂਟਰ ਫਾਰ ਦੇਅਰ ਲੈਜਿਸਲੇਟਿਵ ਔਰ ਐਗਜ਼ੈਕਟਿਵ ਅਥਾਰਟੀ। ਉਹ ਮੰਨਦੇ ਸਨ ਨੂੰ ਇਸ ਓਨਲੀ ਅ ਫੈਡਰਲ ਮਿਥ। ਉਹ ਸਕਾਲਰ ਕਹਿ ਰਿਹਾ ਕਿ ਸਟੇਟ ਜਿਹੜੇ ਨੇ ਉਹ ਆਪਣੀ ਸੈਂਟਰ ਦੇ ਅੰਡਰ ਨਹੀਂ ਹੈਗੇ, ਆਪਣੇ ਉਹ ਕਾਨੂੰਨ ਪਾਸ ਕਰ ਸਕਦੇ ਨੇ, ਕਾਨੂੰਨ ਬਣਾ ਸਕਦੇ ਨੇ। ਇਹ ਸਕਾਲਰ ਰਾਜਸ਼ੇਖਰ ਕਹਿ ਰਿਹਾ ਕਿ ਨਹੀਂ, ਇਹ ਸੱਚਾਈ ਨਹੀਂ ਹੈਗੀ। ਕਿਉਂਕਿ ਉਹ ਕਿਉਂ ਨਹੀਂ ਕਹਿ ਰਿਹਾ? ਕਿਉਂਕਿ ਹੀ ਸੇਜ਼ ਕਿ ਅਲਟੀਮੇਟਲੀ ਗ੍ਰਾਨਵਿਲ ਆਸਟਨ ਨੇ ਬੜਾ ਰਾਈਟਲੀ ਕਿਹਾ, ਪੁਆਇੰਟ ਕੀਤਾ ਸੀਗਾ, ਕਹਿੰਦਾ ਥਿਊਰੀ ਵਿੱਚ ਤਾਂ ਜਿਹੜਾ ਆਰਟੀਕਲ 200 ਹੈ ਤਾਂ 201 ਆਰਟੀਕਲ ਹੈ, ਇਹ ਇਨਵੈਲੀਡੇਟ, ਇਹ ਰਿਜੈਕਟ ਕਰਦਾ ਹੈਗਾ ਦਾ ਡਿਵੀਜ਼ਨ ਆਫ ਪਾਵਰ because there is no means of overriding a president veto in the case of state legislature। ਜਦੋਂ ਤੁਸੀਂ ਗਵਰਨਰ ਦੇ ਬਿੱਲ ਨੇ ਕੋਲ ਗਿਆ, ਗਵਰਨਰ ਨੇ ਪ੍ਰੈਜ਼ੀਡੈਂਟ ਕੋਲ ਭੇਜਿਆ, ਉਹਨੂੰ ਮਨਜ਼ੂਰੀ ਨਾ ਦੇਵੇ ਜਾਂ ਉਹਨੂੰ ਵੀਟੋ ਕਰ ਦੇਵੇ, ਇਹਦਾ ਮਤਲਬ ਹੈ ਕਿ ਸਟੇਟ ਦੀ ਪਾਵਰ ਜਿਹੜੀ ਹੈ ਉਹ ਸੈਂਟਰ ਦੇ ਮੁਕਾਬਲਤਨ ਨਹੀਂ ਹੈਗੀ। ਉਹਨਾਂ ਦਾ ਕਾਨੂੰਨ ਹੀ ਜਿਹੜਾ ਹੈਗਾ ਉਹ ਸਟੇਟ ਰਾਜ ਦਾ ਪਾਸ ਕੀਤਾ ਹੋਇਆ ਕਾਨੂੰਨ ਉਹ ਹੀ ਨਹੀਂ ਲਾਗੂ ਹੋ ਸਕਦਾ। ਦੈਟ ਕ੍ਰੀਏਟਸ ਸਟੇਟਾਂ ਵਾਸਤੇ ਪ੍ਰੋਬਲਮ। ਇਸ ਕਰਕੇ ਭਾਰਤੀ ਜਿਹੜਾ ਸੰਵਿਧਾਨ ਹੈ ਉਹ ਇਹਨੂੰ ਕਹਿ ਰਹੇ ਨੇ ਕਿ ਇਹ ਜ਼ਿਆਦਾ ਸਟਰੋਂਗ ਸੈਂਟਰ ਦੇ ਹੱਕ 'ਚ ਭੁਗਤਦਾ ਹੈਗਾ ਨਿਸਬਤ ਕੀ ਸਟੇਟ ਦੇ। ਮੈਨੂੰ ਲੱਗਦਾ ਕਿ ਜੇ ਭਾਰਤ ਇੱਕ ਬਹੁਤ ਵੰਨਗੀ ਇਹਦੇ 'ਚ ਹੈਗੀ ਆ, ਵੱਖ-ਵੱਖ ਲੋਕ ਭਾਸ਼ਾਵਾਂ ਦੇ, ਵੱਖ-ਵੱਖ ਸੱਭਿਆਚਾਰਕ ਖਿੱਤਿਆਂ ਦੇ ਲੋਕ ਨੇ, ਜੇ ਉਹ ਸਾਰੇ ਜਾਣੇ ਕਿਤੇ ਸੈਂਟਰ ਦੇ ਵਿੱਚ ਜਾ ਕੇ ਉੱਥੇ ਇੱਕ ਫਲਵਾੜੀ ਬਣ ਜਾਵੇ ਤਾਂ ਬੜੀ ਬਿਹਤਰੀਨ ਹੁੰਦੀ ਹੈ। ਉਹ ਨੇਚਰਲੀ ਆ ਕਿ ਸਟਰੋਂਗ ਹੋਏਗੀ, ਉਹ ਆਟੋਮੈਟਿਕਲੀ ਫੈਡਰਲਿਜ਼ਮ ਸਟਰੋਂਗ ਹੋਏਗਾ। ਸੈਂਟਰ ਦੇ ਉੱਤੇ ਉਹਨਾਂ ਨੂੰ ਲੱਗੇਗਾ ਨਹੀਂ ਵੀ ਇਸ ਤਰ੍ਹਾਂ ਦੀ ਕਰਨੀ ਹੈ, ਇਹ ਕੋਈ ਮਸ਼ੀਨ ਤੇ ਹੈ ਨਹੀਂ ਕਿ ਬਟਨ ਦੇਣੇ ਕਿ ਦਬਾ ਤਾਂ ਸੈਂਟਰ ਬਣ ਗਿਆ। ਇਹ ਤਾਂ ਜੋ ਸਰਕਾਰਾਂ ਉੱਥੇ ਬਣੂਗੀਆਂ। ਜੇ ਹੁਣ ਗਵਰਨਰ ਜਿਹੜਾ ਹੈਗਾ, ਜੇ ਸਾਰੇ ਦੇ ਸਾਰੇ ਗਵਰਨਰ ਜਿਹੜੇ ਨੇ ਉਹ ਸੈਂਟਰ ਦੇ ਨਾ ਹੋ ਕੇ ਉਹਨਾਂ ਦੀਆਂ ਪੋਲੀਟੀਕਲ ਐਫੀਲੀਏਸ਼ਨ ਜਿਹੜੀਆਂ ਹੈਗੀਆਂ ਅਪਾਰਟ ਛੱਡ ਕੇ ਉਹ ਜੈਨੂਅਲ ਤੌਰ ਦੇ ਉੱਤੇ ਆਪਣੀ ਡਿਊਟੀ ਜਿਹੜੀ ਆ ਨਿਭਾ ਰਹੇ ਹੁੰਦੇ ਨੇ, ਤੇ ਜਦੋਂ ਉਹ ਸੈਂਟਰ ਦੇ ਉੱਤੇ ਬੇਸ਼ੱਕ ਸੈਂਟਰ ਨੇ ਭੇਜੇ ਹੋਏ ਨੇ, ਜਦੋਂ ਗਵਰਨਰ ਇੱਕ ਨੌਨ ਪੋਲੀਟੀਕਲ, ਕਦੋਂ ਆਏਗਾ ਨੌਨ ਪੋਲੀਟੀਕਲ, ਇਹ ਵੀ ਇੱਕ ਹੌਲੀ ਹੌਲੀ ਗਰੋ ਗੱਲ ਕਰਨੀ। ਕਿਉਂਕਿ ਤੁਸੀਂ ਨਹੀਂ ਕਹਿ ਸਕਦੇ ਵੀ ਅੱਜ ਦੀ ਸਰਕਾਰ ਨੇ ਆਪਣੇ ਬੰਦੇ ਲਾਏ ਆ, ਤਾਂ ਪਹਿਲਾਂ ਸਰਕਾਰ ਕਾਂਗਰਸ ਹਮੇਸ਼ਾ ਹੀ ਆਪਣੇ ਲਾਉਂਦੀ ਰਹੀ ਆ। ਇੱਕ ਵੀ ਗਵਰਨਰ ਜਿਹੜਾ ਸੀਗਾ ਉਹ ਨੌਨ ਪੋਲੀਟੀਕਲ ਜਾਂ ਉਸ ਪਾਰਟੀ ਨਾਲ ਸੰਬੰਧ ਨਾ ਰੱਖਦਾ ਹੋਵੇ, ਐਸਾ ਨਹੀਂ ਸੀਗਾ। ਮਤਲਬ ਇਹ ਜਿਹੜੀ ਬੀਜੇਪੀ ਜਿਹੜੀ ਪ੍ਰੈਜ਼ੈਂਟ ਹੈ ਇਹ ਕਾਂਗਰਸ ਦਾ ਦੂਜਾ ਰੂਪ ਹੈ। ਬਿਲਕੁਲ, ਉਹਨਾਂ ਦੀ ਪਾਲਿਸੀ ਚੱਲਦੀ ਪਈਆਂ, ਕੋਈ ਫਰਕ ਨਹੀਂ ਹੈ। ਮਤਲਬ ਇੰਦਰਾ ਗਾਂਧੀ ਦਾ ਦੂਜਾ ਰੂਪ ਹੈ। ਤੁਸੀਂ ਤੇ ਉਹ ਤਾਂ ਰੂਪ ਦਾ ਕਹਿਣਾ ਨਹੀਂ ਵੱਖਰਾ ਹੈਗਾ। ਇੱਕ ਬਹੁਤ ਵੱਡੇ ਪੈਰੀ ਐਂਡਰਸਨ ਹੋਏ ਹਨ, ਉਹਨਾਂ ਦਾ ਵੀ ਕਹਿਣਾ ਸੀਗਾ, ਉਹਨਾਂ ਨੇ ਬੜੀ ਕਿਤਾਬ ਅੱਛੀ ਲਿਖੀ ਆ, ਮੈਂ ਉੱਥੇ ਆਕਸਫੋਰਡ 'ਚ ਆ, ਕੈਂਬਰਿਜ 'ਚ ਆ, ਉਹਨਾਂ ਦਾ ਕਹਿਣਾ ਸੀਗਾ ਕਿ ਮੈਨੂੰ ਨਹੀਂ ਲੱਗਦਾ ਫਰਕ ਕਿ ਬੀਜੇਪੀ ਜਾਂ ਜਿਹੜੀ ਸਰਕਾਰ ਹੈ ਜਾਂ ਕਾਂਗਰਸ ਹੈਗੀਆਂ ਉਹਨਾਂ ਦੀਆਂ ਕੋਈ ਬਹੁਤੇ ਡਿਫਰੈਂਸਿਸ ਹੈਗੇ ਨੇ। ਮਤਲਬ ਜਿਹੜੀ ਬੀਜੇਪੀ ਸਰਕਾਰ ਜਿੱਥੋਂ ਬੀਜੇਪੀ ਦੀ ਧਾਰਨਾ ਨਿਕਲੀ ਹੈਗੀ ਆ, ਅਸੀਂ ਉਹ ਸਾਡੇ ਨੂੰ ਲੋਕਾਂ ਦੇ ਵਿੱਚ ਧਾਰਨਾ ਬਣਨੀ ਹੈ ਕਿਵੇਂ ਪੋਲਿਟਿਕਸ ਹੈ। ਪੀਪਲ ਵੀ ਦਾ ਪੀਪਲ ਆਫ ਇੰਡੀਆ ਜਿਹੜੇ ਸੰਵਿਧਾਨ ਜਿੱਥੋਂ ਸ਼ਕਤੀ ਲੈ ਰਿਹਾ, ਦੇ ਹੈਵ ਟੂ ਕਮ ਫਾਰਵਰਡ। ਉਹਨਾਂ ਨੇ ਫੈਸਲਾ ਕਰਦਾ ਕਿ ਸਾਨੂੰ ਸਟਰੋਂਗ ਸੈਂਟਰ ਸੂਟ ਕਰਦਾ, ਕਿ ਸਾਨੂੰ ਜਿਹੜੇ ਕੁਆਸੀ ਫੈਡਰਲਿਜ਼ਮ ਜੇ ਹੈਗਾ ਉਹਨੂੰ ਕਿਵੇਂ ਰਖਵਾਲੀ ਕਰਨੀ ਹੈਗੀ। ਸਰ ਜਿਹੜਾ ਇਹ ਹੈਗਾ ਕਿ ਮਤਲਬ ਕਾਂਗਰਸ ਦੇ ਵੇਲੇ ਵੀ ਤੁਸੀਂ ਕਿਹਾ ਵੀ ਜਿਹੜੀਆਂ ਪੋਲਿਸੀਜ਼ ਬਣੀਆਂ ਤੇ ਜਿਹੜੀ ਬੀਜੇਪੀ ਆ ਉਹਨਾਂ ਨੂੰ ਸਟਰੋਂਗਲੀ ਉਹਨੂੰ ਇੰਪਲੀਮੈਂਟ ਕਰ ਰਹੇ ਨੇ, ਪਰ ਇਹਦਾ ਇੱਕ ਰੀਜ਼ਨ ਇਹ ਵੀ ਹੈ ਕਿ ਕਿਉਂਕਿ ਸੈਂਟਰ ਦੇ ਵਿੱਚ ਬੜੀ ਮਜ਼ਬੂਤ ਸਰਕਾਰ ਹੈ, ਤੇ ਜਿਹੜੀ ਇੱਕ ਵਾਰੀ ਆਪਣੇ ਇੰਦਰ ਕੁਮਾਰ ਗੁਜਰਾਲ ਉਹਨਾਂ ਦੇ ਵੇਲੇ ਆਈ ਸੀ ਜਾਂ ਦੇਵੇ ਗੌੜਾ ਬਣੀ ਸੀ, ਉਹ ਸਟੇਟਸ ਦੇ ਮਤਲਬ
ਖੇਤਰੀ ਪਾਰਟੀ ਰੀਜਨਲ ਪਾਰਟੀਆਂ ਸੀ ਉਹਨਾਂ ਦੇ ਨਾਲ ਮਿਲ ਕੇ ਬਣੀਆਂ ਸੀ ਉਹ ਸਰਕਾਰਾਂ। ਉਹ ਸਟੇਟ ਲਈ ਜ਼ਿਆਦਾ ਵਧੀਆ ਪਾਰਟੀਆਂ ਸੀ, ਉਹ ਉਪ ਸਰਕਾਰ ਸੀਗੀਆਂ। ਦੇਖੋ ਗੱਲ ਇਹ ਹੈ ਕਿ ਪਹਿਲਾ ਟ੍ਰੈਂਡ ਸੀਗਾ ਕਿ ਇੰਡੀਆ ਦੇ ਵਿੱਚ ਅਸਲੀ ਤੌਰ ਤੇ ਫੈਡਰਲਿਜ਼ਮ, ਇਹ ਤੁਹਾਡੀ ਬਹੁਤ ਵਧੀਆ ਸਵਾਲ ਤੁਸੀਂ ਉਠਾਇਆ ਹੈ। ਅਸਲੀ ਫੈਡਰਲਿਜ਼ਮ ਇੰਡੀਆ ਦੇ ਵਿੱਚ ਤਦ ਬਣਨਾ ਜਦੋਂ ਸਟੇਟਾਂ ਦੇ ਵਿੱਚੋਂ ਜਿਹੜੀ ਸਟੇਟਾਂ ਦੀ ਨਾਲ ਮਿਲ ਕੇ ਸੈਂਟਰ ਦੇ ਵਿੱਚ ਅੱਛੀ ਤਰ੍ਹਾਂ ਤਰੀਕੇ ਨਾਲ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਬਣ। ਇਹ ਜ਼ਰੂਰੀ ਨਹੀਂ ਹੈਗਾ ਜਿਹੜੀ ਸਰਕਾਰ ਸੈਂਟਰ 'ਚ ਹੈ ਉਹ ਸਾਰੇ ਸਟੇਟਾਂ ਵਿੱਚ ਵੀ ਸੇਮ ਸਰਕਾਰ ਹੋਵੇ। ਜੇ ਵੱਖ-ਵੱਖ ਸਟੇਟਾਂ ਦੇ ਵਿੱਚ ਜਦੋਂ ਸਰਕਾਰਾਂ ਜਿਹੜੀਆਂ ਹੈਗੀਆਂ ਆਪਣੇ ਸੂਬਿਆਂ ਦੇ ਹਾਲਾਤ ਦੇ ਮੁਤਾਬਕ ਉੱਥੇ ਦੀਆਂ ਜਿਹੜੀਆਂ ਸਟੇਟ ਡਿਫਰੈਂਟ ਪਾਰਟੀ ਨੇ ਉਹ ਬਣੂਗੀਆਂ। ਲੇਕਿਨ ਟ੍ਰੈਂਡ ਸੀ ਇਹ, ਲੇਕਿਨ ਪਿਛਲੇ ਸਮੇਂ ਤੋਂ ਇਹ ਟ੍ਰੈਂਡ ਜਿਹੜਾ ਘੱਟ ਹੋਇਆ ਕਿ ਸਟੇਟ ਲੈਵਲ ਤੇ ਜਿਹੜੀਆਂ ਪਾਰਟੀਆਂ ਉੱਠੀਆਂ, ਖੇਤਰੀ ਪੱਧਰ ਦੀਆਂ ਪਾਰਟੀਆਂ ਸੀਗੀਆਂ, ਸਟੇਟ ਪੱਧਰ ਦੀਆਂ ਪਾਰਟੀਆਂ ਸੀ, ਉਹ ਹੌਲੀ ਹੌਲੀ ਸਾਈਡ ਲਾਈਨ ਹੋ ਗਈਆਂ। ਤੇ ਇਸ ਕਰਕੇ ਭਾਰਤ ਵਿੱਚ ਜਿਹੜਾ ਟ੍ਰੈਂਡ ਹੁਣ ਤੱਕ ਰਿਹਾ ਕਾਂਗਰਸ ਦਾ, ਉਹੀ ਟ੍ਰੈਂਡ ਹੁਣ ਆ ਰਿਹਾ ਸਾਡੇ ਪਾਸ ਜੋ ਬੀਜੇਪੀ ਦਾ। ਉਦੋਂ ਪਹਿਲਾਂ 1967 ਤੱਕ, 1967 ਤੋਂ ਲੈ ਕੇ ਜਨਤਾ ਦਲ ਦੇ ਆਉਣ ਤੱਕ ਇੱਕ ਵਨ ਡੋਮੀਨੇਟ ਪਾਰਟੀ ਸਿਸਟਮ ਰਿਹਾ ਭਾਰਤ ਵਿੱਚ, ਉਹ ਕਾਂਗਰਸ ਰਹੀ ਹੈ। ਤਾਂ ਹੁਣ ਵਨ ਡੋਮੀਨੇਟ ਪਾਰਟੀ ਸਿਸਟਮ ਬੀਜੇਪੀ ਤੋਂ ਹੋਣ ਜਾ ਰਿਹਾ ਹੈ। ਕੋਈ ਫਰਕ ਤਾਂ ਨਹੀਂ ਹੋ ਰਿਹਾ। ਜੋ ਸਟਾਰਟ ਤੱਕ ਸੀਗੀ ਕਾਂਗਰਸ, ਸਟਾਰਟ ਤੋਂ ਲੈ ਕੇ ਜਨਤਾ ਦਲ ਦੇ ਆਉਣ ਤੱਕ ਸੀਗੀ ਸਰਕਾਰ ਬਣ ਤੱਕ, ਵਿਸ਼ਵਨਾਥ ਪ੍ਰਤਾਪ ਜੀ ਦੇ ਆਉਣ ਤੱਕ, ਮੋਰਾਰਜੀ ਦੇਸਾਈ ਦੇ ਸਮੇਂ ਤੱਕ ਜਿਹੜੀ ਅਸੀਂ ਦੇਖਦੇ ਹਾਂ, ਉਹ ਸਰਕਾਰ ਜਿਹੜੀ ਹੈ ਉਹ ਉਹਨੂੰ ਮੋਰਸ ਜੋਨ ਨੇ ਕਿਹਾ ਸੀਗਾ ਸ਼ਾਇਦ, ਹਾਂ ਕਿ ਇਹ ਵਨ ਪਾਰਟੀ ਸਿਸਟਮ ਹੈ, ਵਨ ਡੋਮੀਨੇਟ ਪਾਰਟੀ ਸਿਸਟਮ ਹੈ, ਕਾਂਗਰਸ ਇਜ਼ ਨਾਟ ਏ ਪਾਰਟੀ ਸਿਸਟਮ। ਤੇ ਉਹ ਟ੍ਰੈਂਡ ਰਿਹਾ, ਉਹਦੇ ਨਾਲ ਸਟਰੋਂਗ ਸੈਂਟਰ ਬਣਿਆ। ਤੇ ਹੁਣ ਜਿਹੜਾ ਟ੍ਰੈਂਡ ਆ ਹੌਲੀ ਹੌਲੀ ਬੀਜੇਪੀ ਜਿਹੜੀ ਆ ਵਨ ਡੋਮੀਨੇਟ ਪਾਰਟੀ ਬਣਦੀ ਜਾ ਰਹੀ ਹੈ। ਉਹਦੇ ਅੰਦਰ ਵੱਖ-ਵੱਖ ਸ਼ੇਡ ਓਪੀਨੀਅਨ ਹੋ ਸਕਦੀਆਂ ਨੇ, ਲੇਕਿਨ ਉਹ ਤਾਂ ਭਾਰਤ ਦੀ ਜਿਹੜੀ ਪਿਛਲੀ 74 ਸਾਲ ਦੀ ਲੋਕਤੰਤਰ ਦੀ ਯਾਤਰਾ ਹੈ ਉਹਦੇ ਵਿੱਚ ਕੋਈ ਵੱਡਾ ਫਰਕ ਨਹੀਂ ਦਿਖਦਾ ਮੈਨੂੰ। ਬਹੁਤ ਮੇਜਰ ਟ੍ਰੈਂਡ ਨਹੀਂ। ਹਾਂ, ਪਹਿਲਾਂ ਕਾਂਗਰਸ ਸੀਗੀ ਸੈਂਟਰ 'ਚ ਵੀ, ਸਟੇਟਾਂ 'ਚ ਵੀ, ਹੁਣ ਬੀਜੇਪੀ ਸੈਂਟਰ ਸਟੇਟਾਂ 'ਚ ਹੋ ਰਹੀ ਆ। ਤਾਂ ਕਿਤੇ ਨਾ ਕਿਤੇ ਜਿਹੜਾ ਅਸਲੀ ਲੋਕਤੰਤਰ ਦੇ ਵਿੱਚ ਢਾਂਚਾ ਬਣਨਾ ਉਹ ਤਾਂ ਲੋਕਾਂ ਨੂੰ ਮਿਲਾਉਣਾ। ਤੁਸੀਂ ਕੰਸਟੀਟਿਊਂਟ ਅਸੈਂਬਲੀ ਤੋਂ ਬਹਿ ਕੇ ਫੈਸਲਾ ਕਰ ਲਿਆ ਸੀ ਵੀ ਇਸ ਤਰ੍ਹਾਂ ਬਣੇਗਾ, ਉਹਨਾਂ ਨੇ ਜ਼ਰੂਰ ਕੀਤਾ ਫੈਸਲਾ ਕਿ ਸਟਰੋਂਗ ਸੈਂਟਰ ਹੋਏਗਾ। ਲੇਕਿਨ ਅਲਟੀਮੇਟਲੀ ਟ੍ਰੈਂਡ ਜਿਹੜਾ ਹੈਗਾ ਉਹ ਸੈੱਟ ਹੋਣਾ ਲੋਕਾਂ ਦੇ ਵਿੱਚ ਕਿਵੇਂ ਕੌਨਸ਼ੀਅਸਨੈਸ ਹੁੰਦੀ ਆ, ਉਹ ਕਿਵੇਂ ਦੇਖਦੇ ਨੇ, ਕਿਵੇਂ ਸੋਚਦੇ ਨੇ। ਇਹ ਬੜਾ ਲਾਰਜਰ ਇੱਕ ਨੇਸ਼ਨ ਦੀਆਂ ਕਲਚਰਲ ਟ੍ਰੇਟਸ ਹੁੰਦੀਆਂ ਨੇ। ਕਿ ਇਹ ਮਤਲਬ ਓਵਰ ਦਾ ਨਹੀਂ ਬਣ ਜਾਂਦੀਆਂ, ਟ੍ਰੇਟਸ ਹੁੰਦੀਆਂ ਨੇ ਨੇਸ਼ਨ ਦੀਆਂ। ਕਿਵੇਂ ਜਾਣਾ ਜਿਹੜੀ ਲੋਕਤੰਤਰ ਵੈਲਿਊਜ਼ ਨੇ, ਇਹ ਲੋਕਤੰਤਰ ਵੈਲਿਊਜ਼ ਬਹੁਤ ਸਮੇਂ ਬਾਅਦ ਪੈਦਾ ਹੁੰਦੀਆਂ ਨੇ। ਫੈਡਰਲਿਜ਼ਮ ਦੇ ਸਿਆਸੀ ਪੱਖਾਂ ਨੂੰ ਲੈ ਕੇ ਅਸੀਂ ਡਾਕਟਰ ਰੌਣਕੀ ਰਾਮ ਤੋਂ ਬਹੁਮੁੱਲੀ ਜਾਣਕਾਰੀ ਲਈ। ਫੈਡਰਲਿਜ਼ਮ ਸੀਰੀਜ਼ ਦੇ ਅਗਲੇ ਭਾਗ ਵਿੱਚ ਅਸੀਂ ਸੂਬਿਆਂ ਨੂੰ ਮਿਲੇ ਘੱਟ ਅਧਿਕਾਰ ਅਤੇ ਇਸ ਦੇ ਆਰਥਿਕ ਪੱਖਾਂ 'ਤੇ ਗੱਲਬਾਤ ਕਰਾਂਗੇ।